ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਕਬੀਰ ਜੀ। ਮਨ ਕਾ ਸੁਭਾਉ ਮਨਿ ਵਿਆਪੀ, ਮਨਿ ਮਾਰ ਕਵਨ ਸਿੱਧ ਥਾਪੀ। ਮਨ ਕਾ ਸੁਭਾਉ ਮਨਿ ਵਿਆਪੀ, ਮਨਿ ਮਾਰ ਕਵਨ ਸਿੱਧ ਥਾਪੀ। ਕਵਨ ਸੋ ਮੁਨ ਜੋ ਮਨ ਮਾਰੈ, ਮਨ ਕੋ ਮਾਰ ਕਹੋ ਕਿਸ ਤਾਰੈ। ਰਹਾਉ ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨ ਹੋਈ। ਕਹੋ ਕਬੀਰ ਜੋ ਜਾਣੈ ਪਿਓ, ਮਨ ਮਧੁਸੂਦਨ ਤਿਰ ਪਵਨ ਦੇਓ। ਕਹੋ ਕਬੀਰ ਜੋ ਜਾਣੈ ਪਿਓ, ਮਨ ਮਧੁਸੂਦਨ ਤਿਰ ਪਵਨ ਦੇਓ। ਗੌੜੀ ਕਬੀਰ ਜੀ। ਮਨ ਕਾ ਸੁਭਾਉ ਮਨਿ ਵਿਆਪੀ, ਮਨਿ ਮਾਰ ਕਵਨ ਸਿੱਧ ਥਾਪੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ। ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਪ ਸੰਗਤਾਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸ਼੍ਰੋਮਣੀ ਭਗਤ ਕਬੀਰ ਜੀ ਨੇ ਜੋ ਗੌੜੀ ਰਾਗ ਦੇ ਅੰਦਰ ਪਵਿੱਤਰ ਬਾਣੀ ਉਚਾਰਨ ਕੀਤੀ ਹੈ, ਉਹਦੀ ਵਿਚਾਰ ਚੱਲ ਰਹੀ ਹੈ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ। ਕੋਈ ਯੋਗੀ ਮਹਾਤਮਾ ਪੁਰਸ਼ ਭਗਤ ਕਬੀਰ ਜੀ ਦੇ ਪਾਸ ਆਇਆ ਹੈ। ਉਸਨੇ ਆ ਕੇ ਮਨ ਮਾਰਨ ਦੀ ਗੱਲ ਤੋਰੀ। ਇਸ ਗੱਲ ਤੇ ਬਹੁਤ ਜ਼ੋਰ ਦਿੱਤਾ। ਭਗਤ ਜੀ, ਜਿੰਨਾ ਚਿਰ ਤੱਕ ਮਨ ਨੂੰ ਮਾਰਿਆ ਨਹੀਂ ਜਾਂਦਾ, ਉਨਾ ਚਿਰ ਤੱਕ ਕੋਈ ਵੀ ਆਤਮਿਕ ਸ਼ਕਤੀ ਹਾਸਲ ਨਹੀਂ ਕੀਤੀ ਜਾ ਸਕਦੀ। ਮਨ ਨੂੰ ਮਾਰ ਕੇ ਹੀ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਭਗਤ ਜੀ ਨੇ ਉਸ ਯੋਗੀ ਮਹਾਤਮਾ ਅੱਗੇ ਸਵਾਲ ਕੀਤਾ, ਤੁਸੀਂ ਇਹ ਦੱਸੋ ਕਿ ਮਨ ਨੂੰ ਮੂਲੋਂ ਹੀ ਮਾਰਨਾ ਹੈ, ਉਹਦੀ ਹੋਂਦ ਨੂੰ ਹੀ ਖਤਮ ਕਰ ਦੇਣਾ ਹੈ, ਜਾਂ ਕੋਈ ਮਨ ਨੂੰ ਮਾਰਨ ਦੀ ਹੋਰ ਤਰਕੀਬ ਹੈ? ਉਸ ਯੋਗੀ ਮਹਾਤਮਾ ਨੇ ਆਖਿਆ, ਮਨ ਨੂੰ ਤੇ ਉੱਕਾ ਹੀ ਮਾਰਨਾ ਪਏਗਾ, ਫੇਰ ਹੀ ਕੋਈ ਨਾ ਕੋਈ ਸਿੱਧੀ ਪ੍ਰਾਪਤ ਹੋ ਸਕਦੀ ਹੈ। ਤਾਂ ਭਗਤ ਜੀ ਕਹਿਣ ਲੱਗੇ, ਮਹਾਤਮਾ ਜੀ, ਤੁਸੀਂ ਇੱਥੋਂ ਗਲਤ ਹੋ। ਜਿਹੜਾ ਮਨ ਹੈ, ਇਹਨੂੰ ਮੂਲੋਂ ਮਾਰਿਆ ਹੀ ਨਹੀਂ ਜਾ ਸਕਦਾ। ਕਿਉਂ? ਕਹੋ ਕਬੀਰੇ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨ ਮੰਸ। ਇਹ ਮਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹੈ। ਵੇਦਾਂ ਵਿੱਚ ਇੱਕ ਸ਼ੁਰਤੀ ਆਈ ਹੈ, ਤਤ ਮਨੋ ਕਰੂਅਤੀ। ਉਸ ਤਤ ਸਰੂਪ ਤੋਂ ਮਨ ਪੈਦਾ ਹੋਇਆ ਹੈ। ਹਜ਼ੂਰ ਨੇ ਬਾਣੀ ਦੇ ਵਿੱਚ ਵੀ ਇਸ ਮਨ ਨੂੰ ਮੂਲ ਰੂਪ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ,
ਮਨ ਹਰਿ ਜੀ ਤੇਰੇ ਨਾਲ ਹੈ, ਗੁਰਮਤਿ ਰੰਗ ਮਾਣ। ਭਗਤ ਜੀ ਕਹਿਣ ਲੱਗੇ ਮਨ ਨੂੰ ਮੂਲੋਂ ਮਾਰਿਆ ਹੀ ਨਹੀਂ ਜਾ ਸਕਦਾ। ਹਾਂ, ਇੱਕ ਗੱਲ ਜ਼ਰੂਰ ਹੈ, ਜਿੱਥੇ ਮਨ ਮਾਰਨ ਦੀ ਗੱਲ ਆਉਂਦੀ ਹੈ ਉੱਥੇ ਮਨ ਦੇ ਬੁਰੇ ਸੁਭਾਅ ਨੂੰ ਮਾਰਨ ਦੀ ਗੱਲ ਆਉਂਦੀ ਹੈ। ਮਨ ਦੀ ਹੋਂਦ ਨੂੰ ਖਤਮ ਕਰਨਾ, ਇਹਦਾ ਭਾਵ ਕਦੇ ਵੀ ਨਹੀਂ ਲਿਆ ਜਾ ਸਕਦਾ। ਮਨ ਦੇ ਮਾੜੇ ਸੁਭਾਅ ਨੂੰ ਮਾਰਨਾ, ਇਹ ਤੇ ਗੱਲ ਸਮਝ ਵਿੱਚ ਆਉਂਦੀ ਹੈ, ਪਰ ਮਨ ਨੂੰ ਉੱਕਾ ਹੀ ਮਾਰ ਦੇਣਾ, ਇਹ ਗੱਲ ਗੁਰਮਤਿ ਸਿਧਾਂਤ ਦੇ ਉੱਪਰ ਪੂਰੀ ਨਹੀਂ ਉਤਰ ਸਕਦੀ। ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਜੀ ਉਸ ਨੂੰ ਸਵਾਲ ਕਰਦੇ ਹਨ, ਕਵਨ ਸੋ ਮੋਨ ਜੋ ਮਨ ਮਾਰੈ, ਮਨ ਕੋ ਮਾਰ ਕਹੋ ਕਿਸ ਤਰੈ। ਰਹਾਉ, ਭਗਤ ਜੀ ਉਸ ਜਿਗਿਆਸੂ ਨੂੰ ਕਹਿ ਰਹੇ ਹਨ, ਉਹ ਕਿਹੜਾ ਮੁਨੀ ਹੈ, ਉਹ ਕਿਹੜਾ ਐਸਾ ਤਪਸਵੀ ਹੈ, ਕਿਹੜਾ ਐਸਾ ਮਹਾਂਪੁਰਖ ਹੈ ਜੋ ਮਨ ਮਾਰੈ, ਜੋ ਮਨ ਨੂੰ ਮਾਰ ਸਕਦਾ ਹੈ। ਮਨ ਤੇ ਕਦੀ ਮਰ ਹੀ ਨਹੀਂ ਸਕਦਾ। ਜਦੋਂ ਮਨ ਹੈ ਹੀ ਵਾਹਿਗੁਰੂ ਦੀ ਅੰਸ਼, ਇਹਨੂੰ ਕੌਣ ਮਾਰ ਸਕਦਾ ਹੈ? ਕਿਹੜਾ ਮੁਨੀ ਹੈ ਜਿਹੜਾ ਇਹ ਗੱਲ ਆਖਦਾ ਕਿ ਮਨ ਨੂੰ ਮਾਰਿਆ ਜਾ ਸਕਦਾ ਹੈ? ਮਨ ਕੋ ਮਾਰ ਕਹੋ ਕਿਸ ਤਰੈ। ਭਗਤ ਜੀ ਕਹਿੰਦੇ ਨੇ, ਚਲੋ ਜੇ ਤੁਹਾਡੀ ਗੱਲ ਮੰਨ ਵੀ ਲਈਏ ਵੀ ਮਨ ਨੂੰ ਮਾਰ ਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਪਰ ਸਾਨੂੰ ਇਹ ਦੱਸੋ ਮਨ ਨੂੰ ਮਾਰ ਕੇ ਕਹੋ ਕਿਸ ਤਾਰਾ, ਫਿਰ ਤਾਰੋਗੇ ਕਿਸ ਨੂੰ? ਮਨ ਨੂੰ ਮਾਰ ਕੇ ਮੁਕਤੀ ਦਾ ਅਧਿਕਾਰੀ ਕੌਣ ਹੋਵੇਗਾ? ਮਨ ਨੇ ਹੀ ਤੇ ਮੁਕਤ ਅਵਸਥਾ ਨੂੰ ਪ੍ਰਾਪਤ ਕਰਨਾ ਹੈ। ਜੇ ਮਨ ਨੂੰ ਹੀ ਮਾਰ ਦਿੱਤਾ, ਇਹ ਬੜੇ ਗੂੜ ਪ੍ਰਸ਼ਨ ਨੇ। ਕਹੋ ਕਿਸ ਤਾਰਾ, ਦੱਸੋ ਫਿਰ ਕਿਸ ਨੂੰ ਮੁਕਤ ਅਵਸਥਾ ਪ੍ਰਾਪਤ ਹੋਵੇਗੀ? ਇਸ ਲਈ ਮਨ ਦੇ ਬੁਰੇ ਸੁਭਾਅ ਨੂੰ ਮਾਰਨਾ ਹੀ ਮਨ ਨੂੰ ਮਾਰਨ ਦੀ ਨਿਸ਼ਾਨੀ ਹੈ। ਮਨ ਦੇ ਸੰਕਲਪਾਂ ਵਿਕਲਪਾਂ ਨੂੰ ਆਪਾਵ ਕਰਨਾ, ਇਹ ਮਨ ਨੂੰ ਮਾਰਨ ਦੀ ਨਿਸ਼ਾਨੀ ਹੈ। ਪਰ ਉਸ ਮਨ ਦੀ ਹੋਂਦ ਨੂੰ ਖਤਮ ਕਰਨਾ, ਮਨ ਨੂੰ ਉੱਕਾ ਹੀ ਮਾਰਨਾ, ਇਹ ਕੋਈ ਧਰਮ ਦਾ ਸਿਧਾਂਤ ਨਹੀਂ ਹੈ। ਲਓ ਹੁਣ ਆਰੰਭ ਤੋਂ ਭਗਤ ਕਬੀਰ ਜੀ ਇਸ ਸੂਖਮ ਵਿਸ਼ੇ ਦੇ ਬਾਰੇ, ਇਸ ਮਨ ਦੇ ਸੰਬੰਧ ਵਿੱਚ ਬਹੁਤ ਸੁੰਦਰ ਤੇ ਗੰਭੀਰ ਵਿਚਾਰਾਂ ਪ੍ਰਗਟ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਕਬੀਰ ਜੀ, ਮਨ ਕਾ ਸੁਭਾਉ ਮਨ ਹੈ ਵਿਆਪੀ, ਮਨ ਹੈ ਮਾਰ ਕਵਨ ਸਿੱਧ ਥਾਪੀ। ਗੌੜੀ ਰਾਗ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਐ ਗੁਰਮੁਖੋ, ਮਨ ਕਾ ਸੁਭਾਉ ਮਨ ਹੈ ਵਿਆਪੀ। ਜਿਹੜਾ ਮਨ ਦਾ ਸੁਭਾਵ ਹੈ ਉਹ ਤੇ ਮਨ ਨੂੰ ਵਿਆਪਦਾ ਹੀ ਹੈ। ਸੁਭਾਉ ਦਾ ਅਰਥ ਹੈ ਜੋ ਕਿਸੇ ਦਾ ਆਪਣਾ ਸੁਭਾਵ ਹੋਏ, ਜਮਾਂਦਰੂ ਸੁਭਾਅ ਹੋਵੇ, ਉਹ ਬਦਲ ਨਹੀਂ ਸਕਦਾ। ਜਿਵੇਂ ਅਕਸਰ ਅਸੀਂ ਵੇਖਦੇ ਹਾਂ, ਕਈ ਬੱਚਿਆਂ ਦਾ ਸੁਭਾਅ ਪਹਿਲਾਂ ਤੋਂ ਚੰਚਲ ਹੁੰਦਾ ਹੈ, ਕਈ ਬੜੇ ਸ਼ਾਂਤ ਸੁਭਾਅ ਦੇ ਹੁੰਦੇ ਨੇ, ਕਈ ਬੜੇ ਸ਼ਰਾਰਤੀ ਹੁੰਦੇ ਨੇ, ਕਈ ਬੜੇ ਸ਼ਰੀਫ ਹੁੰਦੇ ਨੇ। ਇਹ ਵੱਖੋ ਵੱਖਰਾ ਮਨ ਦਾ ਸੁਭਾਅ ਹੀ ਤੇ ਹੁੰਦਾ ਹੈ। ਇਹ ਮਨ ਦਾ ਸੁਭਾਅ ਮਨ ਨੂੰ ਵਿਆਪੀ ਦਾ ਅਰਥ ਹੈ, ਇਹ ਮੁਤਾਸਰ ਕਰਦਾ ਹੈ। ਮਨ ਦਾ ਸੁਭਾਅ ਮਨ ਨੂੰ ਪ੍ਰਭਾਵਿਤ ਕਰਦਾ ਹੈ। ਮਨ ਦਾ ਸੁਭਾਅ ਮਨ ਨੂੰ ਹਮੇਸ਼ਾ ਲਈ ਆਪਣੇ ਨਾਲ ਜੋੜੀ ਰੱਖਦਾ ਹੈ। ਮਨ ਹੈ ਮਾਰ ਕਵਨ ਸਿੱਧ ਥਾਪੀ। ਅੱਛਾ, ਤੁਸੀਂ ਇਹ ਦੱਸੋ, ਮਨ ਨੂੰ ਮਾਰ ਕੇ ਕਿਹੜੀ ਸਿੱਧੀ ਤੁਸਾਂ ਕਾਇਮ ਕੀਤੀ ਹੈ? ਠੀਕ ਹੈ, ਮਨ ਦੇ ਮਾੜੇ ਸੁਭਾਅ ਨੂੰ ਮਾਰਨਾ ਇਹ ਤੇ ਚੰਗੀ ਗੱਲ ਹੈ, ਪਰ ਮਨ ਦੀ ਹੋਂਦ ਨੂੰ ਉੱਕਾ ਹੀ ਖਤਮ ਕਰ ਦੇਣਾ, ਇਹ ਕੋਈ ਧਰਮ ਦਾ ਸਿਧਾਂਤ ਨਹੀਂ ਹੈ। ਹਾਂ, ਮਨ ਦਾ ਸੁਭਾਅ ਤੇ ਮਨ ਨੂੰ ਹਮੇਸ਼ਾ ਲਈ ਪ੍ਰਭਾਵਿਤ ਕਰਦਾ ਹੀ ਕਰਦਾ ਹੈ। ਤੁਸੀਂ ਮਨ ਨੂੰ ਮਾਰ ਕੇ ਕਿਹੜੀ ਸਿੱਧੀ, ਕਿਹੜੀ ਮੁਕਤੀ ਕਾਇਮ ਕੀਤੀ ਹੈ?
ਕਵਨ ਸੋ ਮੁਨ ਜੋ ਮਨ ਮਾਰੈ, ਮਨ ਕੋ ਮਾਰ ਕਹੋ ਕਿਸ ਤਾਰੈ ਰਹਾਉ। ਲੋ ਭਗਤ ਜੀ ਕਹਿੰਦੇ ਨੇ ਉਹ ਕਿਹੜਾ ਰਿਸ਼ੀ ਮੁਨੀ ਹੈ, ਕਿਹੜਾ ਉਹ ਮਹਾਂਪੁਰਖ ਹੈ, ਕਿਹੜਾ ਉਹ ਤਤ ਬੇਤਾ ਹੈ ਜਿਹੜਾ ਮਨ ਨੂੰ ਮਾਰਨ ਦੀ ਗੱਲ ਆਖਦਾ ਹੈ। ਮਨ ਦੇ ਬੁਰੇ ਸੁਭਾਅ ਨੂੰ ਮਾਰਨਾ ਤੇ ਠੀਕ ਹੈ, ਪਰ ਮਨ ਦੀ ਹੋਂਦ ਨੂੰ ਉੱਕਾ ਹੀ ਖਤਮ ਕਰ ਦੇਣਾ ਇਹ ਕੋਈ ਧਰਮ ਦਾ ਸਿਧਾਂਤ ਨਹੀਂ ਹੈ। ਕਿਹੜਾ ਉਹ ਮੁਨੀ ਸੰਤ ਮਹਾਤਮਾ ਹੈ ਜਿਹੜਾ ਮਨ ਨੂੰ ਮਾਰਨ ਦੀ ਗੱਲ ਆਖ ਰਿਹਾ ਹੈ। ਅਸੀਂ ਉਹਨੂੰ ਪੁੱਛਦੇ ਹਾਂ, ਮਨ ਕੋ ਮਾਰ ਕਹੋ ਕਿਸ ਤਾਰੈ, ਮਨ ਨੂੰ ਮਾਰ ਕੇ ਦੱਸੋ ਫਿਰ ਤਾਰੋਗੇ ਕਿਸ ਨੂੰ? ਮਨ ਨੂੰ ਮਾਰ ਕੇ ਮੁਕਤ ਅਵਸਥਾ ਦਾ ਅਧਿਕਾਰੀ ਕਿਸ ਨੂੰ ਬਣਾਓਗੇ? ਮਨ ਨੂੰ ਮਾਰ ਕੇ ਭਵਸਾਗਰ ਤੋਂ ਪਾਰ ਹੋਣ ਵਾਲਾ ਕੌਣ ਹੋਵੇਗਾ? ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਗੁਰਮੁਖੋ ਇਸ ਮਨ ਦੇ ਅੰਦਰ ਹੀ ਸਭ ਕੋਈ ਬੋਲਦਾ ਹੈ। ਇਹਦਾ ਮਤਲਬ ਇਹ ਹੈ ਸਾਡੇ ਮਨ ਦੇ ਵਿੱਚ ਪਹਿਲਾਂ ਫੁਰਨਾ ਉੱਠਦਾ, ਉਸ ਫੁਰਨੇ ਤੋਂ ਅੱਗੇ ਇੱਕ ਵਿਚਾਰ ਪੈਦਾ ਹੁੰਦਾ ਹੈ ਤੇ ਉਸੇ ਵਿਚਾਰ ਨੂੰ ਮਨ ਦੇ ਵਿੱਚ ਫੁਰਨਾ ਉੱਠਦਾ ਹੈ, ਫਿਰ ਹਿਰਦੇ ਵਿੱਚ ਵਿਚਾਰ ਬਣ ਜਾਂਦਾ ਹੈ, ਫਿਰ ਉਹ ਸਾਡੀ ਰਸਨਾ ਤੇ ਆ ਕੇ ਇੱਕ ਵਾਕ ਤੇ ਸ਼ਬਦ ਬਣ ਜਾਂਦਾ ਹੈ। ਇਸ ਲਈ ਮਨ ਅੰਤਰ ਬੋਲੇ ਸਭ ਕੋਈ, ਜੇ ਮਨ ਅੰਦਰ ਫੁਰਨਾ ਉੱਠਦਾ ਹੈ ਤਾਂ ਹੀ ਹਰ ਕੋਈ ਬੋਲਦਾ ਹੈ। ਜੇ ਮਨ ਦੇ ਵਿੱਚ ਫੁਰਨਾ ਹੀ ਨਾ ਉੱਠੇ, ਮਨ ਉੱਕਾ ਹੀ ਮਰ ਗਿਆ, ਤੇ ਫਿਰ ਜਿੰਨੇ ਸਾਧੂ ਮਹਾਤਮਾ ਰਿਸ਼ੀ ਮੁਨੀ ਉਪਦੇਸ਼ ਦੇ ਰਹੇ ਨੇ ਤੇ ਫਿਰ ਉਹ ਉਪਦੇਸ਼ ਕਿਵੇਂ ਦੇ ਸਕਦੇ ਨੇ? ਜੇ ਮਨ ਅੰਦਰ ਹੈ, ਮਨ ਦੇ ਵਿੱਚ ਫੁਰਨਾ ਉੱਠਦਾ ਤਾਂ ਹੀ ਹਰ ਕੋਈ ਬੋਲਦਾ ਹੈ। ਸਾਧੂ ਮਹਾਤਮਾ ਲੋਕ ਵੀ ਤਾਂ ਹੀ ਉਪਦੇਸ਼ ਦਿੰਦੇ ਹਨ। ਇਸ ਲਈ ਮਨ ਦੇ ਮਾੜੇ ਸੁਭਾਅ ਨੂੰ ਮਾਰਨਾ ਹੈ ਤੇ ਮਨ ਦਾ ਜਿਹੜਾ ਮੂਲ ਸਰੂਪ ਹੈ ਉਹਦੇ ਨਾਲ ਇਸ ਨੂੰ ਜੋੜਨਾ ਹੈ। ਇਸ ਲਈ ਮਨ ਨੂੰ ਉੱਕਾ ਨਹੀਂ ਮਾਰਿਆ ਜਾ ਸਕਦਾ। ਮਨ ਮਾਰੇ ਬਿਨ ਭਗਤ ਨਾ ਹੋਈ। ਠੀਕ ਹੈ, ਜਿਹੜੇ ਮਹਾਂਪੁਰਖ ਇਹ ਕਹਿੰਦੇ ਨੇ ਮਨ ਨੂੰ ਮਾਰੇ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਇਹਦਾ ਮਤਲਬ ਇਹ ਹੈ ਵੀ ਮਨ ਦੇ ਬੁਰੇ ਸੁਭਾਅ ਨੂੰ ਮਾਰਨਾ ਚਾਹੀਦਾ। ਮਨ ਦੇ ਬੁਰੇ ਸੁਭਾਅ ਨੂੰ ਮਾਰ ਕੇ ਫਿਰ ਵਾਹਿਗੁਰੂ ਦੀ ਭਗਤੀ ਹੁੰਦੀ ਹੈ। ਕਹੋ ਕਬੀਰ ਜੋ ਜਾਣੈ ਪਿਓ, ਮਨ ਮਧੂਸੂਦਨ ਤ੍ਰਿਭੁਵਨ ਦੇਓ। ਲੋ ਅਖੀਰ ਤੇ ਭਗਤ ਜੀ ਆਪਣੀ ਵਿਚਾਰ ਨੂੰ ਸਮਾਪਤ ਕਰਦੇ ਹਨ। ਭਗਤ ਕਬੀਰ ਜੀ ਕਹਿੰਦੇ ਨੇ ਜਿਹੜਾ ਬੰਦਾ ਇਸ ਭੇਤ ਨੂੰ ਸਮਝ ਲੈਂਦਾ ਹੈ, ਕਿਹੜਾ ਭੇਤ? ਮਨ ਮਧੂਸੂਦਨ, ਵੀ ਮਨ ਤੇ ਪਰਮੇਸ਼ਰ ਦਾ ਰੂਪ ਹੈ। ਮਧੂਸੂਦਨ ਦਾ ਅਰਥ ਹੈ ਮਧੂ ਦੈਂਤ ਨੂੰ ਕੱਟਣ ਵਾਲਾ। ਵਿਸ਼ਨੂੰ ਭਾਵ ਪਰਮੇਸ਼ਰ ਤੋਂ ਲਿਆ ਹੈ, ਪਰ ਮਹਾਂਪੁਰਖ ਮਦ ਦਾ ਅਰਥ ਹੰਕਾਰ ਰੂਪੀ ਦੈਂਤ ਨੂੰ ਕੱਟਣ ਵਾਲਾ ਅਕਾਲ ਪੁਰਖ ਹੈ। ਹਰ ਜੀਉ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਤੇ ਇਹ ਮਨ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ ਤੇ ਤ੍ਰਿਭੁਵਨ ਦਿਓ, ਤੇ ਉਹ ਵਾਹਿਗੁਰੂ ਤਿੰਨੇ ਭਵਨਾਂ ਦਾ ਪ੍ਰਕਾਸ਼ਕ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਨ। ਉਸੇ ਗੁਰਮਤ ਸਿਧਾਂਤ ਨੂੰ ਭਗਤ ਕਬੀਰ ਜੀ ਨੇ ਇੱਥੇ ਉਜਾਗਰ ਕੀਤਾ ਹੈ। ਗੌੜੀ ਕਬੀਰ ਜੀ ਓਏ ਜੋ ਦਿਸ ਹੈ ਅੰਬਰ ਤਾਰੇ, ਕਿਨ ਓਏ ਚੀਤੇ ਚਿਤ ਨਹਾਰੇ। ਲੋ ਦੁਨੀਆ ਦੇ ਵਿੱਚ ਦੋ ਕਿਸਮ ਦੇ ਮਨੁੱਖ ਹਨ, ਇੱਕ ਆਸਤਕ ਨੇ, ਦੂਸਰੇ ਨਾਸਤਕ ਨੇ। ਆਸਤਕ ਉਹ ਨੇ ਜਿਹੜੇ ਪਰਮੇਸ਼ਰ ਨੂੰ ਮੰਨਦੇ ਹਨ, ਨਾਸਤਕ ਉਹ ਨੇ ਜਿਹੜੇ ਪਰਮੇਸ਼ਰ ਤੋਂ ਮੁਨਕਰ ਨੇ, ਕਹਿੰਦੇ ਰੱਬ ਕੋਈ ਨਹੀਂ ਹੈ। ਹੁਣ ਇੱਕ ਨਾਸਤਕ ਪੰਡਤ ਭਗਤ ਕਬੀਰ ਜੀ ਦੇ ਪਾਸ ਆਇਆ ਹੈ। ਉਸ ਨੇ ਆ ਕੇ ਭਗਤ ਜੀ ਨੂੰ ਆਖਿਆ, ਤੁਸੀਂ ਭਗਤ ਜੀ ਕਹਿੰਦੇ ਹੋ ਰੱਬ ਦਾ ਨਾਂ ਲਓ, ਰੱਬ ਕਿੱਥੇ ਹੈ? ਮੈਂ ਨਹੀਂ ਉਸ ਰੱਬ ਨੂੰ ਮੰਨਦਾ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਕਹਿੰਦੇ ਅਸੀਂ ਰੱਬ ਨੂੰ ਨਹੀਂ ਮੰਨਦੇ। ਕੁਝ ਐਸੇ ਰਾਸ਼ਟਰ ਵੀ ਹਨ ਜਿਵੇਂ ਰਸ਼ੀਆ ਹੈ, ਚਾਈਨਾ ਹੈ, ਉਹ ਲੋਕ ਵੀ ਰੱਬ ਨੂੰ ਨਹੀਂ ਮੰਨਦੇ। ਜੇ ਕੋਈ ਉਹਨਾਂ ਨੂੰ ਪੁੱਛੇ ਵੀ ਰੱਬ ਹੈ, ਉਹ ਕਹਿੰਦੇ ਹੋਇਆ ਹੋਵੇਗਾ ਪਰ ਹੁਣ ਨਹੀਂ ਹੈ। ਇਹ ਉਹਨਾਂ ਦਾ ਜਵਾਬ ਹੁੰਦਾ। ਜਿਹੜੇ ਆਸਤਕ ਲੋਕ ਨੇ, ਜਦੋਂ ਉਹਨਾਂ ਦੇ ਕੋਲ ਸਵਾਲ ਕੀਤਾ ਜਾਂਦਾ ਵੀ ਰੱਬ ਹੈ, ਉਹ ਆਕਾਸ਼ ਵੱਲ ਨੂੰ ਉਂਗਲ ਕਰਦੇ ਨੇ ਵੀ ਹਾਂ ਰੱਬ ਹੈ, ਉਹ ਬਹੁਤ ਦੂਰ ਹੈ, ਅਰਸ਼ਾਂ ਵਿੱਚ ਰਹਿੰਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਦੁਨੀਆ ਵਿੱਚ ਚੱਲਦੀਆਂ ਨੇ। ਪਰ ਉਹ ਹੁਣ ਨਾਸਤਕ ਬੰਦਾ ਆਇਆ ਹੈ, ਉਹ ਕਹਿੰਦਾ ਰੱਬ ਨਹੀਂ ਹੈ। ਤੇ ਭਗਤ ਜੀ ਕਹਿਣ ਲੱਗੇ
ਤੂੰ ਇਹ ਦੱਸ, ਤੂੰ ਕਹਿੰਦਾ ਰੱਬ ਨਹੀਂ ਹੈ। ਆ ਜਿਹੜਾ ਇਤਨਾ ਵੱਡਾ ਸੰਸਾਰ ਹੈ, ਉਹ ਇਹ ਜੋ ਦਿਸੈ ਅੰਬਰ ਤਾਰੇ, ਅੰਬਰ ਦਾ ਅਰਥ ਹੈ ਆਕਾਸ਼। ਆਓ ਜਿਹੜੇ ਆਕਾਸ਼ ਦੇ ਵਿੱਚ ਤਾਰੇ ਦਿਸ ਰਹੇ ਨੇ, ਅੱਜ ਜਿਨ੍ਹਾਂ ਨੂੰ ਆਪਾਂ ਗ੍ਰਹਿ ਵੀ ਆਖਦੇ ਹਾਂ, ਤਾਰੇ ਵੀ ਪੰਜਾਬੀ ਬੋਲੀ ਵਿੱਚ ਆਖਿਆ ਜਾਂਦਾ ਹੈ, ਇਹ ਬਹੁਤ ਵੱਡੀਆਂ ਵੱਡੀਆਂ ਧਰਤੀਆਂ ਨੇ, ਮੰਡਲ ਨੇ। ਭਗਤ ਕਬੀਰ ਜੀ ਉਸ ਬੰਦੇ ਨੂੰ ਪੁੱਛਦੇ ਨੇ, ਓਏ ਜੋ ਦਿਸੈ ਅੰਬਰ ਤਾਰੇ, ਤੂੰ ਕਹਿੰਦਾ ਰੱਬ ਹੈ ਨਹੀਂ, ਤੂੰ ਇਹ ਦੱਸ ਵੀ ਇਹ ਸੰਸਾਰ ਫਿਰ ਕਿਸ ਨੇ ਬਣਾਇਆ ਹੈ। ਇਹ ਗੱਲ ਤੇ ਮੰਨਣੀ ਪਵੇਗੀ। ਦੁਨੀਆ ਦੀ ਛੋਟੀ ਤੋਂ ਛੋਟੀ ਵਸਤੂ ਵੀ, ਚਲੋ ਇੱਕ ਸਾਧਾਰਨ ਗੱਲ ਲੈ ਲਓ, ਇੱਕ ਪੈਨ ਹੈ ਜਾਂ ਸੂਈ ਹੈ ਜਾਂ ਕੋਈ ਘੜੀ ਹੈ, ਕੈਮਰਾ ਹੈ, ਮਾਈਕ ਹੈ, ਕੋਈ ਵੀ ਚੀਜ਼ ਲੈ ਲਓ। ਜੇ ਹੁਣ ਕੋਈ ਬੰਦਾ ਇਹ ਆਖੇ ਇਹ ਆਪਣੇ ਆਪ ਹੀ ਚੀਜ਼ ਬਣ ਗਈ ਹੈ, ਕੋਈ ਸਿਆਣਾ ਮਨੁੱਖ ਇਸ ਗੱਲ ਨੂੰ ਮੰਨੇਗਾ ਬਈ ਸੂਈ ਆਪਣੇ ਆਪ ਬਣ ਸਕਦੀ ਹੈ, ਘੜੀ ਆਪਣੇ ਆਪ ਬਣ ਸਕਦੀ ਹੈ, ਕੋਈ ਕੈਮਰਾ ਆਪਣੇ ਆਪ ਬਣ ਸਕਦਾ ਹੈ। ਕੋਈ ਨਾ ਕੋਈ ਇਹਨੂੰ ਬਣਾਉਣ ਵਾਲਾ ਤੇ ਕਾਰੀਗਰ ਹੈ ਹੀ ਹੈ ਨਾ। ਆਪਣੇ ਆਪ ਕੋਈ ਚੀਜ਼ ਨਹੀਂ ਬਣ ਸਕਦੀ। ਜਿਵੇਂ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਕੋਈ ਚੀਜ਼ ਆਪਣੇ ਆਪ ਨਹੀਂ ਬਣੀ, ਉਸ ਨੂੰ ਕਿਸੇ ਨੇ ਬਣਾਇਆ ਹੈ, ਇਸੇ ਤਰ੍ਹਾਂ ਸੰਸਾਰ ਦੀ ਹਰ ਵਸਤੂ ਨੂੰ ਵੀ ਕਿਸੇ ਨੇ ਬਣਾਇਆ ਹੈ। ਇਸ ਲਈ ਭਗਤ ਕਬੀਰ ਜੀ ਉਸ ਨਾਸਤਕ ਬੰਦੇ ਨੂੰ ਕਹਿੰਦੇ ਨੇ, ਓਏ ਜੋ ਦਿਸੈ ਅੰਬਰ ਤਾਰੇ, ਆਓ ਜੋ ਆਕਾਸ਼ ਦੇ ਵਿੱਚ ਤਾਰੇ ਦਿਸ ਰਹੇ ਨੇ, ਰਾਤ ਨੂੰ ਤਾਰੇ ਚਮਕ ਰਹੇ ਨੇ, ਕਹਿਨੋ ਇਹ ਚੀਤੇ ਚੀਤਨ ਹਾਰੇ, ਤੂੰ ਇਹ ਦੱਸ ਉਹ ਕਿਹੜਾ ਚਿੱਤਰਕਾਰ ਹੈ, ਕਿਹੜਾ ਉਹ ਕਾਰੀਗਰ ਹੈ ਜਿਸ ਨੇ ਉਹ ਸਾਰੇ ਤਾਰੇ ਚਿੱਤਰੇ ਨੇ, ਭਾਵ ਅਨੇਕਾਂ ਗ੍ਰਹਿ ਬਣਾਏ ਨੇ। ਜਦੋਂ ਹੁਣ ਆਪਾਂ ਤਾਰਿਆਂ ਦੀ ਗੱਲ ਕਰਦੇ ਹਾਂ, ਇਹਦੇ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਕੇਤ ਦਿੱਤਾ ਹੈ, ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਨ ਇਕ ਬਾਤ, ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ। ਇਹ ਕਰੋੜਾਂ ਹੀ ਨੇ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਕਾਲ ਪੁਰਖ ਕੀ ਦੇਹ ਮੋਹ, ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ, ਰਾਵ ਸਸ ਕਰੋੜ ਜਲੇਸ਼। ਆ ਜਿੰਨੇ ਤਾਰੇ ਨੇ, ਬੜੇ ਬੜੇ ਮੰਡਲ ਨੇ, ਬੜੀਆਂ ਬੜੀਆਂ ਧਰਤੀਆਂ ਨੇ, ਔਰ ਕਈਆਂ ਤੇ ਲੋਕ ਵਸਦੇ ਵੀ ਜ਼ਰੂਰ ਹੋਣਗੇ। ਭਾਵੇਂ ਠੀਕ ਹੈ ਜਿਹੜੇ ਅਜੋਕੇ ਸਾਇੰਸਦਾਨ ਨੇ ਔਰ ਉਹ ਮੰਗਲ ਗ੍ਰਹਿ ਤੱਕ ਪਹੁੰਚੇ ਨੇ, ਚੰਦਰਮਾ ਤੱਕ ਵੀ ਪਹੁੰਚ ਗਏ ਨੇ, ਪਰ ਉਹਨਾਂ ਦੇ ਖਿਆਲਾਂ ਦੇ ਮੁਤਾਬਕ ਬਈ ਉੱਥੇ ਕੋਈ ਜੀਵ ਵਸੋਂ ਨਹੀਂ ਹੈ। ਸੋ ਰਹੋ ਵਿਚਾਰ। ਪਰ ਹੋਰ ਇੰਨੇ ਤਾਰੇ ਨੇ, ਇੰਨੇ ਵੱਡੇ ਵੱਡੇ ਉਹ ਮੰਡਲ ਨੇ, ਜਿਨ੍ਹਾਂ ਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਦਾਸ ਇੱਕ ਪੁਸਤਕ ਪੜ੍ਹ ਰਿਹਾ ਸੀ, ਉਹਦੇ ਵਿੱਚ ਇਹਨਾਂ ਤਾਰਿਆਂ ਗ੍ਰਹਿਆਂ ਬਾਰੇ ਕੁਝ ਵਿਚਾਰਾਂ ਲਿਖੀਆਂ ਸਨ, ਔਰ ਉਹਦੇ ਵਿੱਚ ਉਸ ਕਿਤਾਬ ਦੇ ਲਿਖਾਰੀ ਨੇ ਇੱਕ ਬੜੀ ਦਿਲਚਸਪ ਗੱਲ ਲਿਖੀ। ਉਹ ਕਹਿੰਦਾ ਹੈ ਬਈ ਕੁਝ ਤਾਰੇ ਇੰਨੀ ਦੂਰ ਨੇ ਇਸ ਧਰਤੀ ਤੋਂ, ਜਿਨ੍ਹਾਂ ਦੀ ਰੋਸ਼ਨੀ ਇੱਥੇ ਪਹੁੰਚਣ ਦੇ ਵਾਸਤੇ ਕਈ ਘੰਟੇ ਲੱਗ ਜਾਂਦੇ ਨੇ। ਜਿਹੜੀ ਰੋਸ਼ਨੀ ਦੀ ਲਾਈਟ ਦੀ ਸਪੀਡ ਹੈ, 1 ਸੈਕਿੰਡ ਦੇ ਵਿੱਚ 1,86,000 ਮੀਲ ਉਹਦੀ ਸਪੀਡ ਮੰਨੀ ਗਈ ਹੈ। ਵੇਖ ਲਓ, ਕਈ ਤਾਰੇ ਇਸ ਧਰਤੀ ਤੋਂ ਇੰਨੀ ਦੂਰ ਨੇ ਤੇ ਕਈ ਦਿਨ ਉਹਨਾਂ ਦੀ ਕਈ ਦਿਨ ਰੋਸ਼ਨੀ ਆਉਣ ਨੂੰ ਇੱਥੇ ਲੱਗ ਜਾਂਦੇ ਨੇ। ਫਿਰ ਅੱਗੇ ਹੋਰ ਖੋਜ ਹੁੰਦੀ ਗਈ। ਉਹ ਕਹਿੰਦੇ ਨੇ ਕੁਝ ਤਾਰੇ ਇੰਨੇ ਦੂਰ ਨੇ ਜਿਨ੍ਹਾਂ ਨੂੰ ਕਈ ਮਹੀਨੇ ਵੀ ਲੱਗ ਜਾਂਦੇ ਨੇ, ਸਾਲ ਵੀ ਲੱਗ ਜਾਂਦੇ ਨੇ, ਸਦੀਆਂ ਵੀ ਬੀਤ ਜਾਂਦੀਆਂ। ਇਹ ਵੀ ਹੋ ਸਕਦਾ ਹੈ ਬਈ ਅਰਬਾਂ ਖਰਬਾਂ ਸਾਲ ਵੀ ਲੱਗ ਜਾਣ, ਕਿਉਂਕਿ ਵਾਹਿਗੁਰੂ ਦੀ ਰਚਨਾ ਹੈ ਹੀ ਬੇਅੰਤ। ਇਸੇ ਲਈ ਭਗਤ ਜੀ ਕਹਿੰਦੇ ਨੇ, ਓਏ ਜੋ ਦਿਸੈ ਅੰਬਰ ਤਾਰੇ, ਕਹਿਨੋ ਇਹ ਚੀਤੇ ਚੀਤਨ ਹਾਰੇ। ਉਹ ਜਿਹੜੇ ਆਕਾਸ਼ ਦੇ ਵਿੱਚ ਤਾਰੇ ਚਮਕ ਰਹੇ ਨੇ, ਤਾਰੇ ਨਜ਼ਰ ਆ ਰਹੇ ਨੇ, ਉਹ ਕਿਹੜੇ ਚਿੱਤਰਕਾਰ ਨੇ ਚਿੱਤਰੇ ਨੇ, ਭਾਵ ਉਹਨਾਂ ਨੂੰ ਬਣਾਉਣ ਵਾਲਾ ਕਿਹੜਾ ਕਾਰੀਗਰ ਹੈ, ਉਹਨਾਂ ਦੀ ਆਕਾਰ ਨੂੰ, ਉਹਨਾਂ ਦੀ ਤਸਵੀਰ ਨੂੰ ਘੜਨ ਵਾਲਾ ਕਿਹੜਾ ਚਿੱਤਰਕਾਰ ਹੈ। ਸਿਵਾਏ ਅਕਾਲ ਪੁਰਖ ਤੋਂ ਏਡੇ ਵੱਡੇ ਸੰਸਾਰ ਨੂੰ ਬਣਾਉਣ ਵਾਲਾ ਹੋਰ ਕੋਈ ਵੀ ਨਹੀਂ ਹੈ।
ਕਹੋ ਰੇ ਪੰਡਤ ਅੰਬਰ ਕਾ ਸਿਉ ਲਾਗਾ, ਬੂਝੈ ਬੂਝਨ ਹਾਰ ਸੁਭਾਗਾ ਰਹਾਉ। ਇਹ ਗੱਲ ਸੁਣ ਕੇ ਉਹ ਨਾਸਤਕ ਪੰਡਤ ਕਹਿਣ ਲੱਗਾ, ਕਹਿੰਦਾ ਨਹੀਂ ਜੀ, ਇਹ ਤੇ ਐਵੇਂ ਹੀ ਖੜੇ ਆ, ਇਹ ਤਾਂ ਕੁਦਰਤੀ ਖੜੇ ਨੇ। ਭਗਤ ਜੀ ਉਹਨੂੰ ਪੁੱਛਦੇ ਨੇ, ਕਹੋ ਰੇ ਪੰਡਤ ਅੰਬਰ ਕਾਸਿਓ ਲਾਗਾ, ਕਹਿੰਦੇ ਪੰਡਤਾ ਇਹ ਦੱਸ ਵੀ ਇਹ ਜਿਹੜਾ ਆਕਾਸ਼ ਹੈ ਇਹ ਕਿਹਦੇ ਨਾਲ ਲੱਗਿਆ ਹੋਇਆ, ਆਕਾਸ਼ ਕਿਹਦੇ ਆਸਰੇ ਖੜਾ ਹੈ? ਤੂੰ ਕਹਿਣਾ ਨਾ ਵੀ ਸਾਰੇ ਗ੍ਰਹਿ ਆਕਾਸ਼ ਦੇ ਵਿੱਚ ਘੁੰਮ ਰਹੇ ਨੇ, ਪਰ ਇਹ ਆਕਾਸ਼ ਕਿਹਦੇ ਆਸਰੇ ਖੜਾ ਹੈ, ਇਹਦਾ ਆਧਾਰ ਕੀ ਹੈ, ਇਹਦੇ ਬਾਰੇ ਦੱਸ। ਪੰਡਤ ਇੱਥੇ ਆ ਕੇ ਲਾਜਵਾਬ ਸੀ। ਤਾਂ ਭਗਤ ਜੀ ਕਹਿਣ ਲੱਗੇ, ਬੂਝੈ ਬੁਝਨਹਾਰ ਸੁਭਾਗਾ, ਵੀ ਜਿਹੜਾ ਸੁਭਾਗਾ ਸ੍ਰੇਸ਼ਟ ਭਾਗਾਂ ਵਾਲਾ ਮਨੁੱਖ ਹੈ, ਭਾਵ ਰੱਬ ਦੀ ਬੰਦਗੀ ਕਰਨ ਵਾਲਾ, ਉਹਦੀ ਕੁਦਰਤ ਨੂੰ ਜਾਣਨ ਵਾਲਾ, ਉਹਦੀ ਸ਼ਕਤੀ ਨੂੰ ਸਮਝਣ ਵਾਲਾ ਜਿਹੜਾ ਪੁਰਸ਼ ਹੈ, ਉਹੀ ਇਸ ਗੱਲ ਨੂੰ ਸਮਝ ਸਕਦਾ ਹੈ। ਜਿਹੜੇ ਨਾਸਤਕ ਬੰਦੇ ਨੇ ਉਹ ਤਾਂ ਕਹਿੰਦੇ ਨੇ ਵੀ ਇਹ ਤਾਂ ਤਾਰੇ ਐਵੇਂ ਹੀ ਖੜੇ ਹੈ, ਇਹ ਤੇ ਕੁਦਰਤੀ ਨੇ। ਪਰ ਭਗਤ ਜੀ ਕਹਿੰਦੇ ਨੇ ਨਹੀਂ, ਇਹਨਾਂ ਦੇ ਪਿੱਛੇ ਕੋਈ ਨਾ ਕੋਈ ਗੈਬੀ ਸ਼ਕਤੀ ਹੈ, ਅਤੇ ਉਸ ਗੈਬੀ ਸ਼ਕਤੀ ਦਾ ਮਾਲਕ ਪਰਮੇਸ਼ਰ ਵੀ ਹੈ, ਜਿਹਨੇ ਸਾਰੇ ਸੰਸਾਰ ਨੂੰ ਬਣਾਇਆ ਹੈ। ਤੇ ਨਹੀਂ ਤੇ ਇਹ ਦੱਸੋ, ਇਹ ਆਕਾਸ਼ ਕਿਸ ਦੇ ਆਸਰੇ ਖੜਾ ਹੈ? ਕੋਈ ਇਹਦਾ ਜਵਾਬ ਦੇ ਸਕਦਾ? ਕੋਈ ਵੀ ਨਹੀਂ। ਇਸ ਲਈ ਉਹ ਪਰਮੇਸ਼ਰ ਦੇ ਆਸਰੇ ਖੜਾ ਹੈ। ਤੇ ਜਿੰਨੀਆਂ ਧਰਤੀਆਂ ਨੇ, ਜਿੰਨੇ ਮੰਡਲ ਨੇ ਆਕਾਸ਼ ਦੇ ਵਿੱਚ ਗਰਦਿਸ਼ ਵਿੱਚ ਚੱਲ ਰਹੇ ਨੇ, ਉਹ ਵੀ ਤਾਂ ਸਾਰੇ ਕਿਸੇ ਮਰਜ਼ਾਦਾ ਵਿੱਚ ਚੱਲ ਰਹੇ ਨੇ। ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲੈ ਲਖ ਦਰਿਆਓ, ਪੈ ਵਿੱਚ ਅਗਨ ਕੱਢੈ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਇਹ ਚੰਦਰਮਾ ਤੇ ਸੂਰਜ ਕਰੋੜਾਂ ਮੀਲ ਸਫ਼ਰ ਤੈਅ ਕਰਦੇ ਨੇ, ਕਿਸੇ ਮਰਜ਼ਾਦਾ ਵਿੱਚ ਚੱਲ ਰਹੇ ਨੇ। ਇਹਨਾਂ ਨੂੰ ਮਰਜ਼ਾਦਾ ਵਿੱਚ ਚਲਾਉਣ ਵਾਲਾ ਕੋਈ ਤੇ ਹੈ ਨਾ, ਇਸ ਲਈ ਉਸ ਦੀ ਹੋਂਦ ਨੂੰ ਮੰਨਣਾ ਚਾਹੀਦਾ ਹੈ। ਲੋ ਭਗਤ ਜੀ ਕਹਿੰਦੇ ਨੇ, ਦੱਸ ਆਕਾਸ਼ ਕਿਸ ਆਸਰੇ ਲੱਗਿਆ ਹੋਇਆ ਹੈ, ਆਕਾਸ਼ ਕਿਸ ਆਸਰੇ ਖੜਾ ਹੈ? ਪਰ ਇਸ ਨੂੰ ਕੋਈ ਸ੍ਰੇਸ਼ਟ ਭਾਗਾਂ ਵਾਲਾ ਗੁਰਮੁਖ ਵਿਅਕਤੀ ਹੀ ਇਸ ਗੱਲ ਨੂੰ ਸਮਝ ਸਕਦਾ ਹੈ। ਸੂਰਜ ਚੰਦ ਕਰਹਿ ਉਜਿਆਰਾ, ਸਭ ਮਹਿ ਪਸਰਿਆ ਬ੍ਰਹਮ ਪਸਾਰਾ ਰਹਾਉ। ਭਗਤ ਜੀ ਨੂੰ ਪੰਡਤ ਕਹਿਣ ਲੱਗਾ, ਕਹਿੰਦਾ ਮਹਾਰਾਜ ਫਿਰ ਇਹ ਦੱਸੋ ਵੀ ਜਿਹੜਾ ਸੂਰਜ ਤੇ ਚੰਦਰਮਾ ਦੇ ਵਿੱਚ ਪ੍ਰਕਾਸ਼ ਹੈ ਉਹ ਕਿਸ ਤੋਂ ਆ ਰਿਹਾ ਹੈ? ਤਾਂ ਭਗਤ ਜੀ ਕਹਿੰਦੇ ਨੇ, ਸੂਰਜ ਚੰਦ ਕਰਹਿ ਉਜਿਆਰਾ, ਸੂਰਜ ਤੇ ਚੰਦਰਮਾ ਇਹ ਪ੍ਰਕਾਸ਼ ਕਰਦੇ ਨੇ। ਸੂਰਜ ਦਿਨੇ ਤੇ ਚੰਦਰਮਾ ਰਾਤ ਨੂੰ ਆਪਣੀ ਚਾਂਦਨੀ ਬਖੇਰਦਾ ਹੈ। ਪਰ ਭਗਤ ਜੀ ਕਹਿੰਦੇ ਨੇ, ਸਭ ਮੈਂ ਪਸਰਿਆ ਬ੍ਰਹਮ ਪਸਾਰਾ, ਸਾਰਿਆਂ ਵਿੱਚ ਬ੍ਰਹਮ ਦਾ ਪਸਾਰਾ ਹੀ ਪਸਰਿਆ ਹੋਇਆ। ਸੂਰਜ ਤੇ ਚੰਦਰਮਾ ਦੇ ਵਿੱਚ ਵੀ ਵਾਹਿਗੁਰੂ ਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜਿਹੜੇ ਨਾਸਤਕ ਲੋਕ ਨੇ ਉਹ ਕਹਿੰਦੇ ਸੂਰਜ ਤੇ ਚੰਦਰਮਾ ਤੇ ਐਵੇਂ ਹੀ ਪ੍ਰਕਾਸ਼ ਕਰ ਰਹੇ ਨੇ, ਪਰ ਆਸਤਕ ਬੰਦਾ ਇਹ ਕਹੇਗਾ ਨਹੀਂ, ਸੂਰਜ ਤੇ ਚੰਦਰਮਾ ਦੇ ਵਿੱਚ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੈ। ਉਸੇ ਨੂੰ ਹੀ ਕਲਗੀਧਰ ਪਾਤਸ਼ਾਹ ਨੇ ਜਾਪ ਸਾਹਿਬ ਬਾਣੀ ਦੇ ਵਿੱਚ ਲਿਖਿਆ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਉਹ ਵਾਹਿਗੁਰੂ ਸੂਰਜਾਂ ਦਾ ਵੀ ਸੂਰਜ ਹੈ, ਸੂਰਜਾਂ ਨੂੰ ਵੀ ਰੋਸ਼ਨੀ ਦਿੰਦਾ ਹੈ ਤੇ ਚੰਦਰਮਾ ਨੂੰ ਵੀ ਚਾਂਦਨੀ ਦੇ ਰਿਹਾ ਹੈ। ਇਸ ਲਈ ਸੂਰਜ ਤੇ ਚੰਦਰਮਾ ਜੋ ਪ੍ਰਕਾਸ਼ ਕਰ ਰਹੇ ਨੇ, ਸਾਰਿਆਂ ਦੇ ਬ੍ਰਹਮ ਜੋਤ ਦਾ ਪਸਾਰਾ ਹੀ ਪਸਰਿਆ ਹੋਇਆ ਹੈ। ਕਹੋ ਕਬੀਰ ਜਾਣੇਗਾ ਸੋਏ, ਹਿਰਦੈ ਰਾਮ ਮੁਖ ਰਾਮੈ ਹੋਏ। ਫਿਰ ਭਗਤ ਜੀ ਨੂੰ ਪੁੱਛਿਆ ਗਿਆ, ਮਹਾਰਾਜ ਫਿਰ ਉਹ ਰੱਬ ਨੂੰ ਕੌਣ ਜਾਣ ਸਕਦਾ ਹੈ? ਤਾਂ ਭਗਤ ਜੀ ਕਹਿੰਦੇ ਨੇ, ਕਹਿ ਕਬੀਰ ਜਾਣੇਗਾ ਸੋਏ, ਵੀ ਉਸ ਅਕਾਲ ਪੁਰਖ ਨੂੰ, ਇਸ ਸੰਸਾਰ ਦੇ ਮਾਲਕ ਕਰਤਾ ਪੁਰਖ ਨੂੰ ਉਹੀ ਜਾਣ ਸਕੇਗਾ। ਹਿਰਦੈ ਰਾਮ ਮੁਖ ਰਾਮੈ ਹੋਏ, ਜਿਹਦੇ ਹਿਰਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਹੋਵੇਗਾ ਤੇ ਜਿਹਦੇ ਮੁਖ ਤੇ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੋਵੇਗਾ, ਉਹ ਹੁੰਦਾ ਬ੍ਰਹਮ ਗਿਆਨੀ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਬਾਣੀ ਵਿੱਚ ਫਰਮਾਇਆ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਇਹ ਬ੍ਰਹਮ ਗਿਆਨੀ ਦਾ ਲੱਛਣ ਹੈ, ਹਿਰਦੈ ਰਾਮ ਮੁਖ ਰਾਮੈ ਹੋਏ। ਜਿਹਦੇ ਹਿਰਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਹੈ ਤੇ ਮੁਖ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਹੈ, ਉਹੀ ਉਸ ਨਿਰੰਕਾਰ ਨੂੰ, ਉਸ ਅਕਾਲ ਪੁਰਖ ਨੂੰ ਜਾਣ ਸਕਦਾ ਹੈ। ਗੌੜੀ ਕਬੀਰ ਜੀ ਵੇਦ ਕੀ ਪੁੱਤਰੀ ਸਮ੍ਰਿਤ ਪਾਈ, ਸਾਂਕਲ ਜੇ ਵਰੀ ਲਹਿ ਆਈ। ਲੋ ਭਗਤ ਕਬੀਰ ਜੀ ਦੇ ਪਾਸ ਕੋਈ ਪੰਡਤ ਆਏ ਨੇ ਤੇ ਉਹਨਾਂ ਨੇ ਆ ਕੇ ਚਰਚਾ ਕੀਤੀ। ਕਹਿਣ ਲੱਗੇ, ਭਗਤ ਜੀ ਬਈ ਵੇਖ ਲਓ, ਇਹ ਜਿਹੜੇ ਵੇਦ ਨੇ ਧਰਮ ਗ੍ਰੰਥ ਨੇ ਤੇ ਜਿਹੜੀਆਂ ਸਿਮਰਤੀਆਂ ਨੇ
ਇਹ ਵੀ ਧਰਮ ਗ੍ਰੰਥ ਨੇ। ਤੁਹਾਨੂੰ ਵੀ ਸਿਮਰਤੀਆਂ ਪੜ੍ਹਨੀਆਂ ਚਾਹੀਦੀਆਂ ਨੇ। ਜੋ ਕੁਝ ਉਹਨਾਂ ਸਿਮਰਤੀਆਂ ਵਿੱਚ ਲਿਖਿਆ ਹੋਇਆ ਹੈ ਕਰਮ ਕਾਂਡ, ਉਹ ਤੁਹਾਨੂੰ ਵੀ ਧਾਰਨ ਕਰਨਾ ਚਾਹੀਦਾ ਤੇ ਜਿਹੜੇ ਤੁਹਾਡੇ ਅਨੁਯਾਈ ਨੇ ਉਹਨਾਂ ਨੂੰ ਵੀ ਸਿਖਾਉਣਾ ਚਾਹੀਦਾ ਹੈ। ਪਰ ਭਗਤ ਜੀ ਕਹਿਣ ਲੱਗੇ ਨਹੀਂ, ਅਸੀਂ ਤੇ ਵਾਹਿਗੁਰੂ ਦੇ ਨਾਮ ਦੇ ਉਪਾਸ਼ਕ ਹਾਂ, ਅਸੀਂ ਤੇ ਆਪ ਵੀ ਨਾਮ ਜਪਦੇ ਹਾਂ, ਦੂਸਰਿਆਂ ਨੂੰ ਵੀ ਨਾਮ ਜਪਣ ਦਾ ਉਪਦੇਸ਼ ਦਿੰਦੇ ਹਾਂ। ਸਾਨੂੰ ਵੇਦਾਂ ਸਿਮਰਤੀਆਂ ਦੇ ਨਾਲ ਕੋਈ ਸਰੋਕਾਰ ਨਹੀਂ ਹੈ। ਲੋ ਇਹਨਾਂ ਦੀ ਹਾਲਤ ਸੁਣ ਲਓ। ਵੇਦ ਕੀ ਪੁੱਤਰੀ ਸਿਮਰਤ ਭਾਈ। ਭਗਤ ਜੀ ਕਹਿੰਦੇ ਭਾਈ ਇਹ ਜਿਹੜੀ ਸਿਮਰਤੀ ਹੈ ਇਹ ਵੇਦ ਦੀ ਪੁੱਤਰੀ ਹੈ। ਵੇਦ ਤੋਂ ਇਸ ਦਾ ਜਨਮ ਹੋਇਆ। ਪਹਿਲਾਂ ਵੇਦ ਬਣਿਆ, ਉਸ ਤੋਂ ਬਾਅਦ ਰਿਸ਼ੀਆਂ ਨੇ ਸਿਮਰਤੀਆਂ ਬਣਾ ਦਿੱਤੀਆਂ ਨੇ। ਸੰਕਲ ਜੇਵਰੀ ਲਹਿ ਆਈ। ਇਹ ਜਿਹੜੀਆਂ ਸਿਮਰਤੀਆਂ ਨੇ, ਸੰਕਲ ਦਾ ਅਰਥ ਹੈ ਲੋਹੇ ਦੇ ਸੰਗਲ, ਲੋਹੇ ਦੇ ਜੰਜੀਰ, ਤੇ ਜੇਵਰੀ ਤੇ ਇਹ ਰੱਸੀਆਂ ਫਾਹੀਆਂ ਲੈ ਕੇ ਆਈ ਹੈ ਜਿਹੜੀ ਤੁਹਾਡੀ ਸਿਮਰਤੀ ਹੈ। ਇਹਦਾ ਮਤਲਬ ਇਹ ਹੈ ਜਿਹੜੀ ਸਿਮਰਤੀ ਵੇਦ ਦੀ ਪੁੱਤਰੀ, ਵੇਦ ਦੀ ਧੀ ਮੰਨੀ ਗਈ ਹੈ, ਔਰ ਇਹ ਕਰਮ ਕਾਂਡ ਦੀਆਂ ਵੀ ਇਹ ਕਰਮ ਕਾਂਡ ਲੈ ਕੇ ਆਈ ਹੈ। ਤੇ ਕਰਮ ਕਾਂਡ ਦੇ ਵਿੱਚ ਵਾਸ਼ਨਾ ਦੇ ਸੰਗਲ ਤੇ ਹੰਕਾਰ ਦੇ ਜਿਹੜੇ ਫਾਹੇ ਲੈ ਕੇ ਨਾਲ ਆਈ ਹੈ। ਜਿਹੜੇ ਲੋਕ ਸਿਮਰਤੀਆਂ ਪੜ੍ਹਦੇ ਨੇ ਤੇ ਫਿਰ ਉਹ ਹਮੇਸ਼ਾ ਲਈ ਕਿਸੇ ਨਾ ਕਿਸੇ ਕਾਮਨਾ ਵਸ਼ ਕੰਮ ਕਰਦੇ ਨੇ ਤੇ ਫਿਰ ਹੰਕਾਰ ਦੇ ਵਿੱਚ ਜਕੜੇ ਜਾਂਦੇ ਹਨ। ਇਸੇ ਲਈ ਭਗਤ ਜੀ ਕਹਿੰਦੇ ਨੇ ਇਹ ਜਿਹੜੀ ਸਿਮਰਤੀ ਹੈ ਵੇਦ ਦੀ ਧੀ ਹੈ, ਵੇਦ ਦੀ ਪੁੱਤਰੀ ਹੈ ਤੇ ਸੰਗਲ ਤੇ ਜੇਵਰੀ ਫਾਹੀ ਲੈ ਕੇ ਸੰਸਾਰ ਵਿੱਚ ਆਈ ਹੈ। ਆਪਨ ਨਗਰ ਆਪ ਤੇ ਬਾਂਧਿਆ, ਮੋਹ ਕੈ ਫਾਦ ਕਾਲ ਸਰ ਸੰਧਿਆ ਰਹਾਉ। ਲੋ ਭਗਤ ਜੀ ਕਹਿੰਦੇ ਨੇ ਇਹ ਜਿਹੜੀ ਵੇਦ ਦੀ ਪੁੱਤਰੀ ਸਿਮਰਤੀ ਹੈ ਨਾ, ਇਹਨੇ ਜਿਹੜਾ ਆਪਣਾ ਨਗਰ ਸੀ, ਭਾਵ ਜਿਹੜਾ ਕਰਮ ਕਾਂਡੀਆਂ ਦਾ ਮੁਕਾਮ ਸੀ, ਆਪ ਤੇ ਬੰਧਿਆ। ਇਹਨੇ ਆਪਣੇ ਆਪ ਹੀ ਬੰਨ ਲਿਆ। ਭਾਵੇਂ ਜਿਹੜੀਆਂ ਸਿਮਰਤੀ ਨੇ, ਜਿਹੜਾ ਕਰਮ ਕਾਂਡੀਆਂ ਦਾ ਨਗਰ ਸੀ, ਕਰਮ ਕਾਂਡੀਆਂ ਦਾ ਟਿਕਾਣਾ ਸੀ, ਕਰਮ ਕਾਂਡੀਆਂ ਦਾ ਮੁਕਾਮ ਸੀ, ਕਰਮ ਕਾਂਡੀਆਂ ਦਾ ਸ਼ਹਿਰ ਸੀ, ਉਹਨੂੰ ਆਪਣੇ ਆਪ ਹੀ ਬੰਨ ਛੱਡਿਆ ਹੈ। ਮੋਹ ਕੈ ਫਾਦ, ਮੋਹ ਦੀ ਫਾਹੀ ਵਿੱਚ ਫਸਾ ਕੇ ਕਾਲ ਸਾਰ ਸੰਧਿਆ, ਤੇ ਫਿਰ ਕਾਲ ਦਾ ਤੀਰ ਵੀ ਉਹਨਾਂ ਤੇ ਸਿੰਨਿਆ ਹੋਇਆ ਹੈ। ਇਹ ਤੁਹਾਡੀ ਸਿਮਰਤੀ ਦਾ ਸਾਰਾ ਕਾਰਾ ਹੈ ਵੀ ਉਹਨੇ ਕਰਮ ਕਾਂਡੀਆਂ ਨੂੰ ਮਾਇਆ ਦੇ ਮੋਹ ਦੇ ਜਾਲ ਵਿੱਚ ਫਸਾ ਕੇ ਫਿਰ ਕਾਲ ਦਾ ਤੀਰ ਸਿੰਨਿਆ ਹੋਇਆ ਹੈ। ਇਸ ਢੰਗ ਦੇ ਨਾਲ ਇਹ ਜਿਹੜੀ ਤੁਹਾਡੀ ਵੇਦ ਦੀ ਪੁੱਤਰੀ ਸਿਮਰਤੀ ਹੈ, ਇਹ ਤੇ ਜੰਜੀਰ ਤੇ ਰੱਸੇ ਲੈ ਕੇ ਸੰਸਾਰ ਵਿੱਚ ਆਈ ਹੈ ਤੇ ਕਰਮ ਕਾਂਡੀਆਂ ਦਾ ਸੰਸਾਰ ਤੇ ਉਹਨਾਂ ਦਾ ਸ਼ਹਿਰ ਇਹਨੇ ਉਹਨਾਂ ਸੰਗਲਾਂ ਤੇ ਰੱਸਿਆਂ ਦੇ ਨਾਲ ਬੰਨਿਆ ਹੋਇਆ ਹੈ। ਤੇ ਫਿਰ ਮੋਹ ਦੀ ਫਾਹੀ ਦੇ ਵਿੱਚ ਫਸਾ ਕੇ ਕਾਲ ਦਾ ਤੀਰ ਵੀ ਉਹਨਾਂ ਵੱਲ ਸਿੰਨਿਆ ਹੋਇਆ ਹੈ। ਕਟੀ ਨਾ ਕਟੈ ਟੂਟ ਨਾ ਜਾਈ, ਸਾ ਸਾਪਨ ਹੋਇ ਜਗ ਕੋ ਖਾਈ। ਲੋ ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ ਇਹ ਜਿਹੜੀ ਸਿਮਰਤੀ ਦੀ ਫਾਹੀ ਹੈ ਨਾ, ਜਾਂ ਜਿਹੜੀ ਜੰਜੀਰ ਹੈ, ਕਟੀ ਨਾ ਕਟੈ। ਜੇ ਕੋਈ ਕੱਟਣਾ ਚਾਹੇ ਕੱਟੀ ਨਹੀਂ ਜਾ ਸਕਦੀ, ਤੇ ਨਾ ਹੀ ਜੇ ਕੋਈ ਤੋੜਨਾ ਚਾਹੇ ਟੁੱਟ ਹੀ ਸਕਦੀ ਹੈ। ਇਹਦਾ ਮਤਲਬ ਇਹ ਹੈ ਜਿਵੇਂ ਲੋਹੇ ਦੇ ਜੰਜੀਰ ਨੂੰ ਬਲੇਡ ਦੇ ਨਾਲ ਕੱਟਿਆ ਜਾਂਦਾ ਹੈ। ਪਰ ਭਗਤ ਜੀ ਕਹਿੰਦੇ ਨੇ ਜਿਹੜੀ ਇਹ ਸਿਮਰਤੀ ਦੇ ਸੰਗਲ ਜੰਜੀਰ ਇਹੋ ਜਿਹੇ ਨੇ, ਉਹ ਕਿਸੇ ਆਰੀ ਦੇ ਨਾਲ, ਕਿਸੇ ਬਲੇਡ ਦੇ ਨਾਲ ਕੱਟੇ ਨਹੀਂ ਜਾ ਸਕਦੇ। ਫਿਰ ਉਹਦੇ ਜਿਹੜੇ ਫਾਹੇ ਨੇ ਵਾਸ਼ਨਾ ਦੇ, ਉਹ ਵੀ ਇਹੋ ਜਿਹੇ ਨੇ, ਤੇ ਜਿੰਨਾ ਮਰਜੀ ਕੋਈ ਯਤਨ ਕਰ ਲਾਵੇ ਉਹ ਟੁੱਟ ਨਹੀਂ ਸਕਦੇ। ਸਾ ਸਾਪਨ ਹੋਏ ਜਾਕੋ ਖਾਈ, ਵੀ ਉਹ ਜਿਹੜੀ ਸਿਮਰਤੀ ਹੈ ਮਾਇਆ ਦਾ ਰੂਪ ਧਾਰਨ ਕਰਕੇ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਉਹ ਸੱਪ ਬਣ ਕੇ ਸਾਰਿਆਂ ਨੂੰ ਖਾ ਰਹੀ ਹੈ। ਸਾਪਣਦਾਰ ਸਪਣੀ ਬਣ ਕੇ, ਸਪਣੀ ਦਾ ਸੁਭਾਵ ਹੈ ਉਹ ਆਪਣੇ ਬੱਚਿਆਂ ਨੂੰ ਆਪ ਹੀ ਖਾ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਇਹ ਮਾਇਆ ਰੂਪੀ ਸਪਣੀ ਹੈ, ਤੇ ਇਹ ਮੋਹ ਮਾਇਆ ਦੇ ਜਾਲ ਵਿੱਚ ਫਸਾ ਕੇ ਤੇ ਜਿਹੜੇ ਇਸ ਦੇ ਪੁੱਤਰ ਮਾਇਆਧਾਰੀ ਲੋਕ ਨੇ ਉਹਨਾਂ ਨੂੰ ਖਾ ਜਾਂਦੀ ਹੈ। ਇਹੀ ਇਹਦਾ ਸੁਭਾਵ ਹੈ। ਅਥਵਾ ਦੂਜਾ ਪਾਠ ਇਹ ਵੀ ਵਿਦਵਾਨਾਂ ਨੇ ਮੰਨਿਆ ਹੈ, ਕਟੀ ਨਾ ਕਟੈ ਟੂਟ ਨਾ ਜਾਈ, ਸਾ ਸਾ ਪਨ ਹੋਏ ਜਾਕੋ ਖਾਈ। ਸਾ ਸਾ ਪਨ ਵੀ ਇਹ ਜਿਹੜੀ ਸਿਮਰਤੀ ਦੀ ਫਾਹੀ ਹੈ, ਨਾ ਤੇ ਕਟਿਆਂ ਕੱਟੀ ਜਾ ਸਕਦੀ ਹੈ, ਨਾ ਤੋੜਿਆਂ ਤੋੜੀ ਹੀ ਜਾ ਸਕਦੀ ਹੈ। ਸਾ ਸਾ ਪਨ ਹੋਏ ਜਾਕੋ ਖਾਈ। ਸਾ ਸਾ ਪਨ ਦਾ ਅਰਥ ਵੀ ਜੋ ਜੋ ਮਨੁੱਖ ਦਾ ਖਿਆਲ ਹੁੰਦਾ ਹੈ ਉਹੀ ਉਹੀ ਰੂਪ ਧਾਰਨ ਕਰਕੇ
ਤੇ ਇਹ ਉਹਨਾਂ ਨੂੰ ਖਾਈ ਜਾ ਰਹੀ ਹੈ। ਹਮ ਦੇਖਤ ਜਿਨ ਸਭ ਜਗ ਲੂਟਿਆ, ਕਹੋ ਕਬੀਰ ਮੈਂ RAM ਕਹਿ ਛੂਟਿਆ। ਲੋ ਭਗਤ ਜੀ ਕਹਿੰਦੇ ਨੇ ਹਮ ਦੇਖਤ, ਸਾਡੇ ਦੇਖਦਿਆਂ ਜਿਸਨੇ ਸਾਰਾ ਸੰਸਾਰ ਹੀ ਲੁੱਟ ਲਿਆ ਹੈ। ਕਹੋ ਕਬੀਰ ਮੈਂ RAM ਕਹਿ ਛੁਟਿਆ। ਪਰ ਭਗਤ ਕਬੀਰ ਜੀ ਕਹਿੰਦੇ ਨੇ ਵੀ ਮੈਂ ਤੇ ਵਾਹਿਗੁਰੂ ਦਾ ਨਾਮ ਜਪ ਕੇ ਵੀ ਇਸ ਮਾਇਆ ਦੇ ਜਾਲ ਤੋਂ, ਇਸ ਮਾਇਆ ਦੀ ਸਪਣੀ ਦੇ ਡੰਗ ਤੋਂ ਛੁੱਟ ਗਿਆ ਹਾਂ। ਬਾਕੀ ਤੇ ਇਸਨੇ ਸਾਰੇ ਸੰਸਾਰ ਨੂੰ ਲੁੱਟ ਧਰਿਆ ਹੈ, ਪਰ ਮੈਂ ਵਾਹਿਗੁਰੂ ਦਾ ਨਾਮ ਗਾਰੜੂ ਮੰਤਰ ਹੈ, ਮੈਂ ਉਸ ਗਾਰੜੂ ਮੰਤਰ ਨੂੰ ਜਪ ਕੇ ਛੁੱਟ ਗਿਆ ਹਾਂ। ਗਾੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵੋ, ਸਗਲਤਾ ਜੀਨ ਗਗਨ ਦੌਰਾਵੋ। ਲੋ ਭਗਤ ਕਬੀਰ ਜੀ ਦੇ ਕੋਲ ਕੋਈ ਪ੍ਰੇਮੀ ਆਇਆ ਤੇ ਉਸਨੇ ਲਿਆ ਕੇ ਘੋੜਾ ਹਾਜ਼ਰ ਕੀਤਾ ਤੇ ਕਹਿਣ ਲੱਗਾ ਭਗਤ ਜੀ ਤੁਸੀਂ ਆਹ ਘੋੜੇ ਤੇ ਸਵਾਰੀ ਕਰਿਆ ਕਰੋ। ਘੋੜੇ ਦੀ ਸਵਾਰੀ ਇੱਕ ਸ਼ਾਹੀ ਸਵਾਰੀ ਮੰਨੀ ਗਈ ਸੀ, ਪਰ ਭਗਤ ਕਬੀਰ ਜੀ ਕਹਿਣ ਲੱਗੇ ਭਾਈ ਅਸੀਂ ਤਾਂ ਪਹਿਲਾਂ ਹੀ ਘੋੜ ਸਵਾਰੀ ਕਰਦੇ ਹਾਂ। ਉਹ ਕਿਵੇਂ ਕਰਦੇ ਹੋ? ਤਾਂ ਭਗਤ ਕਬੀਰ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੈ ਪਾਵੜੈ ਪੱਗ ਧਰ ਲੀਜੈ। ਰਹਾਓ ਇਸ ਦਾ ਦਰੂ ਪੰਕਤੀਆਂ ਨੇ। ਭਗਤ ਜੀ ਕਹਿੰਦੇ ਨੇ ਆਪਣੇ ਵਿਚਾਰ, ਜੋ ਆਪਣੇ ਆਪੇ ਦੀ ਵਿਚਾਰ ਕਰਨੀ ਹੈ, ਅਥਵਾ ਇਹ ਜਿਹੜਾ ਮਨ ਹੈ, ਇਹ ਮਨ ਦਾ ਜੋ ਅਸਲੀ ਆਪਾ ਹੈ, ਵਾਸਤਵ ਸਰੂਪ ਹੈ, ਉਹਦੀ ਵਿਚਾਰ ਕਰਨੀ ਅਸਵਾਰੀ ਕੀਜੈ। ਇਹੀ ਮਨ ਰੂਪੀ ਘੋੜੇ ਤੇ ਅਸਵਾਰੀ ਕਰਨੀ ਹੈ। ਸਹਿਜ ਕੈ ਪਾਵੜੈ ਪੱਗ ਧਰ ਲੀਜੈ। ਸਹਿਜ ਦਾ ਅਰਥ ਹੈ ਗਿਆਨ, ਜਿਹੜਾ ਆਤਮਕ ਗਿਆਨ ਹੈ। ਪਾਵੜਾ ਇਹ ਘੋੜੇ ਦੀ ਰਕਾਬ ਹੈ। ਇਹ ਜਿਹੜਾ ਆਤਮਕ ਗਿਆਨ ਇਹ ਇੱਕ ਰਕਾਬ ਹੈ। ਇਸ ਆਤਮਕ ਗਿਆਨ ਦੀ ਰਕਾਬ ਦੇ ਉੱਪਰ, ਰਕਾਬ ਦੇ ਵਿੱਚ ਪੱਗ ਧਰ ਲੀਜੈ ਤੇ ਆਪਣੇ ਪੈਰ ਨੂੰ ਐਨ ਚੰਗੀ ਤਰ੍ਹਾਂ ਮਜ਼ਬੂਤ ਕਰਕੇ ਵਿੱਚ ਟਿਕਾ ਲੈਣਾ ਚਾਹੀਦਾ ਹੈ। ਇਹਦਾ ਮਤਲਬ ਇਹ ਹੈ ਆਪਣੇ ਆਪੇ ਦੀ ਵਿਚਾਰ ਕਰਨੀ, ਮਨ ਦੇ ਮੂਲ ਰੂਪ ਦੀ ਖੋਜ ਕਰਨੀ। ਇਹ ਮਨ ਨੂੰ ਮਨ ਰੂਪੀ ਘੋੜੇ ਦੀ ਸਵਾਰੀ ਕਰਨੀ ਹੈ। ਫਿਰ ਆਤਮਕ ਗਿਆਨ ਦੀ ਰਕਾਬ ਦੇ ਵਿੱਚ ਆਪਣੇ ਪੈਰ ਨੂੰ ਟਿਕਾ ਕੇ ਰੱਖਣਾ ਚਾਹੀਦਾ। ਇਹਦਾ ਮਤਲਬ ਇਹ ਹੈ ਜਿਹੜਾ ਮਨ ਦਾ ਸੰਕਲਪ ਹੈ, ਇਹਨੂੰ ਗਿਆਨ ਦੀ ਰਕਾਬ ਦੇ ਵਿੱਚ ਟਿਕਾ ਕੇ ਰੱਖਣਾ ਚਾਹੀਦਾ ਹੈ। ਤੇ ਫਿਰ ਇਹ ਜਿਹੜਾ ਮਨ ਰੂਪੀ ਘੋੜਾ ਹੈ ਇਹ ਵਸ ਹੋ ਕੇ ਚੱਲਦਾ ਹੈ। ਲੋ ਹੁਣ ਆਰੰਭ ਤੋਂ ਭਗਤ ਜੀ ਫਰਮਾ ਰਹੇ ਨੇ, ਦੇ ਮੁਹਾਰ ਲਗਾਮ ਪਹਿਰਾਵੋ। ਭਗਤ ਜੀ ਕਹਿੰਦੇ ਨੇ ਦੇ ਮੁਹਾਰ, ਵੀ ਮੁਹਾਰ ਦਾ ਅਰਥ ਹੈ ਉਹ ਰੱਸੀ, ਜੋ ਇੱਕ ਬਰੀਕ ਜੀ ਰੱਸੀ ਮੂੰਹ ਦੇ ਵਿੱਚ ਲਗਾਮ, ਘੋੜੇ ਦੇ ਪਹਿਲਾਂ ਲਗਾਮ ਦਿੱਤੀ ਜਾਂਦੀ, ਜਿਸ ਨੂੰ ਕੜਿਆਲਾ ਵੀ ਕਹਿੰਦੇ ਨੇ, ਤੇ ਉਹ ਕੜਿਆਲਾ ਦੇ ਕੇ ਤੇ ਫਿਰ ਉਹਦੇ ਨਾਲ ਬਰੀਕ ਜੀ ਰੱਸੀ ਬੰਨੀ ਹੁੰਦੀ, ਉਹ ਪਿੱਛੇ ਤੱਕ ਚਲੀ ਜਾਂਦੀ ਹੈ। ਭਗਤ ਜੀ ਕਹਿੰਦੇ ਨੇ ਦੇ ਮੁਹਾਰ ਲਗਾਮ ਪਹਿਰਾਵੋ। ਜਿਹੜੀ ਮੋਹ ਨੂੰ ਹਾਰ ਦੇਣੀ ਹੈ ਇਹ ਤੇ ਮੁਹਾਰ ਰੱਸੀ ਹੈ। ਲਗਾਮ ਪਹਿਨਾਵੋ, ਤੇ ਜਿਹੜਾ ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣਾ ਹੈ, ਇਹ ਅਸੀਂ ਮਨ ਰੂਪੀ ਘੋੜੇ ਨੂੰ ਲਗਾਮ ਪਹਿਰਾ ਰਹੇ ਹਾਂ। ਸਗਲ ਤਜੀਨ ਗਗਨ ਦੌਰਾਵੋ। ਇਹ ਜਿਹੜਾ ਸਗਲ ਤਜੀਨ, ਇਹ ਜਿਹੜਾ ਤੱਤਾ ਤਜੀਨ ਸ਼ਬਦ ਹੈ ਨਾ, ਇਹਦਾ ਅਰਥ ਮਹਾਂਪੁਰਖ ਕਰਦੇ ਹਨ ਜੋ ਸਭ ਕੁਛ ਦਾ ਤਿਆਗ ਕਰਨਾ ਹੈ। ਸਗਲ ਤਜੀਨ, ਤੇ ਇਹ ਸ਼ਲੇਖ ਸ਼ਬਦ ਹੈ ਵੀ ਜੋ ਸਭ ਕੁਛ ਦਾ ਤਿਆਗ ਕਰਨਾ ਹੈ। ਜੀਨ ਇਹ ਘੋੜੇ ਦੀ ਕਾਠੀ ਹੈ, ਭਾਵੇਂ ਮਨ ਰੂਪੀ ਘੋੜੇ ਤੇ ਕਾਠੀ ਪਾਉਣੀ ਹੈ, ਜਿਹੜਾ ਸਭ ਕੁਛ ਦਾ ਤਿਆਗ ਕਰਨਾ ਹੈ। ਅਥਵਾ ਕੁਛ ਵਿਦਵਾਨਾਂ ਨੇ ਸਗਲਤ ਜੀਨ ਪਾਠ ਕੀਤਾ ਹੈ ਵੀ ਜੋ ਵਾਹਿਗੁਰੂ ਦੀ ਸਰਵ ਵਿਆਪਕਤਾ ਦਾ ਅਨੁਭਵ ਹੈ, ਇਹੀ ਮਨ ਨੂੰ ਕਾਠੀ ਹੈ। ਗਗਨ ਦੁਹਰਾਵੋ, ਤੇ ਇਸ ਮਨ ਰੂਪੀ ਘੋੜੇ ਨੂੰ ਕਿਹੜੇ ਪਾਸੇ ਤੁਸੀਂ ਭਜਾਉਂਦੇ ਹੋ? ਭਗਤ ਜੀ ਕਹਿੰਦੇ ਮੈਂ ਧਰਤੀ ਤੇ ਨਹੀਂ, ਗਗਨ ਦੁਹਰਾਵੋ, ਮੈਂ ਆਕਾਸ਼ ਵੱਲ ਨੂੰ ਆਪਣੇ ਮਨ ਰੂਪੀ ਘੋੜੇ ਨੂੰ ਦੌੜਾਉਣਾ ਹਾਂ। ਇਹਦਾ ਮਤਲਬ ਇਹ ਹੈ ਤੇ ਦੇ ਮੁਹਾਰ, ਜਿਹੜਾ ਮੋਹ ਨੂੰ ਹਾਰ ਦੇਣੀ ਹੈ, ਇਹ ਕੜਿਆਲਾ ਮੂੰਹ ਦੇ ਵਿੱਚ ਪਾ ਕੇ ਤੇ ਜਿਹੜੀਆਂ ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣਾ ਹੈ, ਇਹ ਲਗਾਮ ਇਸ ਨੂੰ ਪਹਿਨਾ ਕੇ ਤੇ ਫਿਰ ਜੋ ਸਭ ਕੁਛ ਦਾ ਤਿਆਗ ਕਰਨਾ ਹੈ, ਇਹ ਮਨ ਨੂੰ ਕਾਠੀ ਪਾ ਕੇ ਮੈਂ ਆਪਣੇ ਮਨ ਰੂਪੀ ਘੋੜੇ ਨੂੰ, ਗਗਨ ਦਾ ਅਰਥ ਹੈ ਚਿਦਾਕਾਸ਼ ਵੱਲ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਲਈ ਤੇ ਅਰਸ਼ਾਂ ਦੇ ਵਿੱਚ ਮੈਂ ਇਸ ਨੂੰ ਦੌੜਾ ਰਿਹਾ ਹਾਂ।